औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तकीन अस्सलातु वस्सलामु अला रसूलिहिल करीम। दोस्तों अस्सलामु अलैकुम। मैं डॉक्टर नसीर काहलो हाज़र CNP न्यूज़ तो। दोस्तों काफ़ी 2 4 5 दिन के वक्फे तो बाद फिर अज मेरा दिल किया तुहाडे नाल गलबात की जाए। ਤੇ ਮੇਰਾ ਖਿਆਲ ਆ ਵੀ ਅੱਜ ਦਾ ਟੌਪਿਕ ਜਿਹੜਾ ਉਹ ਇਸੇ ਹੀ ਤੇ ਕਰ ਲੈਂਦੇ ਆ ਕਿ ਆਖਰ ਪੀਟੀਆਈ ਨੇ ਜਾਂ ਪੀਟੀਆਈ ਕੀ ਇਮਰਾਨ ਖਾਨ ਸਾਹਿਬ ਨੇ ਮੁਜ਼ਾਕਰਾਤ ਖਤਮ ਕਰ ਦਿੱਤੇ ਨੇ ਜਿਹੜੇ ਇਸ ਹਕੂਮਤ ਨਾਲ ਕੀਤੇ ਜਾ ਰਹੇ ਸੀ। ਔਰ ਏਜੰਡਾ ਕੀ ਸੀ ਹਕੂਮਤ ਇਹਨਾਂ ਦਾ ਇਮਰਾਨ ਖਾਨ ਸਾਹਿਬ ਦਾ ਕਿ ਜਨਾਬ ਉਹ ਜਿਹੜਾ 9 ਮਈ ਦਾ ਵਿਰਧ ਹੁੰਦਾ ਨਾ, ਸਾਰੇ 9 ਮਈ ਪਿੱਟੀ ਜਾਂਦੇ ਨੇ, ਉੱਤੇ ਇਨਕੁਆਇਰੀ ਕਰਵਾ ਲਓ, ਉੱਤੇ ਜੁਡੀਸ਼ੀਅਲ ਇਨਕੁਆਇਰੀ ਕਰਵਾ ਲਓ, ਇੱਕ ਕਮਿਸ਼ਨ ਬਣਾ ਲਓ, ਜਿਹੜੇ 3 ਸੀਨੀਅਰ ਮੋਸਟ ਜੱਜ ਇਸਲਾਮਾਬਾਦ ਹਾਈ ਕੋਰਟ ਦੇ ਲੈ ਲਓ ਜਾਂ ਸੁਪਰੀਮ ਕੋਰਟ ਦੇ ਲੈ ਲਓ, ਉਹਨਾਂ ਕੋਲ ਬਣਵਾ ਦਿਓ, ਇਨਕੁਆਇਰੀ ਹੋ ਜਾਏਗੀ ਤੇ ਪਤਾ ਲੱਗ ਜਾਏਗਾ ਜਿਹੜਾ 9 ਮਈ ਦਾ ਤਜ਼ਕਰਾ 9 ਮਈ ਦਾ ਵਿਰਧ ਹੋ ਰਿਹਾ ਵਾ ਹਰ ਬੰਦਾ ਹੀ, ਖਾਓ ਨੂਨ ਲੀਗ ਆ, ਖਾਓ ਪੀਪਲ ਪਾਰਟੀ ਆ, ਖਾਓ ਐਸਟੈਬਲਿਸ਼ਮੈਂਟ ਆ, ਤਿੰਨਾਂ ਦੇ ਇੱਕੋ ਹੀ ਹੈ ਕਿ ਉਹ ਜਨਾਬ 9 ਮਈ ਤੇ ਵਾਕਈ ਠੀਕ ਸੀ ਇਹ ਗੱਲ। ਤੇ ਅਗਰ ਉਹ 9 ਮਈ ਦਾ ਕੱਟਾ ਖੁੱਲ ਜਾਂਦਾ, ਕਲੀਅਰ ਹੋ ਜਾਂਦਾ, ਵਿੱਚੋਂ ਨਿਕਲ ਆਉਂਦਾ ਵੀ ਮਾਮਲਾ ਕਿੰਨੇ ਕੀਤਾ, ਕਿਉਂ, ਉਹਦੀ ਵਜ੍ਹਾ ਬੜੀ ਵੱਡੀ ਆ ਕਿ ਪੀਟੀਆਈ ਤੇ ਮੰਨਦੀ ਨਹੀਂ, ਯਾਨੀ ਇਮਰਾਨ ਖਾਨ ਸਾਹਿਬ ਤੇ ਮੰਨਦੇ ਨਹੀਂ। ਉਹ ਤਾਂ ਕਹਿੰਦੇ ਨੇ ਕਿ ਇਹ ਕੀਤਾ ਹੀ ਇੱਥੇ ਹਕੂਮਤ ਨੇ ਆ, ਜਿਹੜੀ ਉਦੋਂ ਹਕੂਮਤ ਸੂਬੇ 'ਚ ਸੀ ਜਾਂ ਜਿਹੜੀ ਹਕੂਮਤ ਉਦੋਂ ਇਨਫੋਰਸ ਸੀ ਉਹਨੇ ਕੀਤਾ ਵਾ, ਅਸੀਂ ਤਾਂ ਕੀਤਾ ਹੀ ਕੁਛ ਨਹੀਂਗਾ। ਹਾਂ ਅਗਰ ਕੀਤਾ ਵਾ ਤੇ ਉਹਦੇ ਤੇ ਇਨਕੁਆਇਰੀ ਕਰਾ ਲਓ, ਅਸੀਂ ਜੋ ਸਜ਼ਾ ਹੋਣਗੀ ਸਾਨੂੰ ਅਸੀਂ ਮੰਨਣ ਨੂੰ ਤਿਆਰ ਆ। ਇੱਕ ਦੂਸਰੇ ਨੰਬਰ ਤੇ ਜਿਹੜੇ 26 ਨਵੰਬਰ ਨੂੰ ਵਾਕਿਆਤ ਹੋਏ ਨੇ ਜਿਸ 'ਚ ਕਾਫੀ ਸਾਰੇ ਲੋਕ ਮਰੇ ਵੀ ਨੇ, ਹਲਾਕ ਵੀ ਹੋਏ ਨੇ ਜਾਂ ਸ਼ਹੀਦ ਕਹਿ ਲਓ, ਜੋ ਵੀ ਹੈ, ਉਹਦੇ ਵਿੱਚ ਵੀ ਇਨਕੁਆਇਰੀ ਕਰਨੀ ਹੈ, ਜੁਡੀਸ਼ੀਅਲ ਇਨਕੁਆਇਰੀ। ਉਹ ਵੀ ਉਹਨਾਂ ਨੇ ਕਿਹਾ ਕਿ 3 ਜੱਜ ਉੱਪਰਲੇ ਲੈ ਲਓ, ਸੁਪਰੀਮ ਕੋਰਟ ਦੇ ਲੈ ਲਓ, ਇਸਲਾਮਾਬਾਦ ਹਾਈ ਕੋਰਟ ਦੇ ਲੈ ਲਓ, ਇਨਕੁਆਇਰੀ ਕਰ ਲੈਣ, ਜੋ ਵੀ ਇਨਕੁਆਇਰੀ ਫਾਈਂਡਿੰਗ ਹੋਏਗੀ ਉਹਦੇ ਮੁਤਾਬਕ ਅੱਗੇ ਅਮਲ ਹੋ ਜਾਏਗਾ। ਲੇਕਿਨ ਹਕੂਮਤ ਦੋਨਾਂ ਚੀਜ਼ਾਂ ਤੇ ਰਾਗਬ ਨਹੀਂ ਹੈ, ਦੋਨਾਂ ਚੀਜ਼ਾਂ ਤੇ ਮੁਤਫਿਕ ਨਹੀਂ ਹੈ। ਕਿਉਂ ਮੁਤਫਿਕ ਨਹੀਂ ਹੈ? ਜਾਂ ਤੇ ਫਿਰ ਅਗਰ ਮੁਤਫਿਕ ਨਹੀਂ ਹੈ ਤਾਂ ਸਾਨੂੰ ਸਮਝ ਤੇ ਇਹੋ ਹੀ ਆਉਂਦੀ ਆ ਕਿ ਇਮਰਾਨ ਖਾਨ ਜਿਹੜੀ ਗੱਲ ਕਹੀ ਆ ਕਿ ਸਭ ਕੁਝ ਇਸੇ ਹਕੂਮਤ ਨੇ ਕੀਤਾ, ਤੇ ਫਿਰ ਉਹ ਹਕੂਮਤ ਦਾ ਕਸੂਰ ਆ। ਤਾਂ ਹੁਣ ਬੰਦਾ ਆਪਣੇ ਖਿਲਾਫ ਇਨਕੁਆਇਰੀ ਤਾਂ ਕੋਈ ਵੀ ਨਹੀਂ ਕਰਾਉਂਦਾ। ਨਵਾਜ਼ ਸਾਹਿਬ ਕੋਈ ਇਨਕੁਆਇਰੀ ਕਰਾਉਂਦਾ ਆਪਣੇ ਖਿਲਾਫ, ਆਪਣੇ ਆਪ ਨੂੰ ਬਿਲਕੁਲ ਡਿਕਲੇਅਰ ਕਰਾਉਂਦਾ ਮੁਜਰਮ, ਮੁਲਜ਼ਮ ਤੋਂ ਮੁਜਰਮ ਬਣਨਾ ਬੜਾ ਔਖਾ ਜਿਹਾ ਕੰਮ ਹੈ, ਤੇ ਉਹ ਤੇ ਨਹੀਂ ਹੋਣਾ। ਲਿਹਾਜ਼ਾ ਜਦੋਂ ਇਹ ਸੂਰਤ ਹਾਲ ਬਣੀ ਆ ਤੇ ਜਨਾਬ ਖਾਨ ਸਾਹਿਬ ਨੇ ਇਨਕਾਰ ਕਰਤਾ ਕਿ ਅਸੀਂ ਇਸ ਮੁਜ਼ਾਕਰਾਤ ਚ ਕੱਢਣਾ ਕੀ ਆ। ਫਿਰ ਮੁਜ਼ਾਕਰਾਤ ਕਿਸ ਚੀਜ਼ ਦੇ ਨੇ? ਅਗਰ ਇਹ ਤੁਸੀਂ ਇੱਕ ਸਾਦਾ ਜਿਹਾ ਸਾਡਾ ਮਾਮਲਾ ਨਹੀਂ ਹੱਲ ਕਰ ਸਕਦੇ, ਜਿਹੜਾ ਹਕੂਮਤ ਕਰਨਾ ਕੋਈ ਮੁਸ਼ਕਲ ਵੀ ਨਹੀਂ ਆ, ਉਹ ਚ ਹੜਿੱਚਾਂ ਜੋ ਮਰਜ਼ੀ ਡਾਈ ਜਾਣ, ਲੇਕਿਨ ਕੋਈ ਮੁਸ਼ਕਲ ਨਹੀਂ ਹੈ, ਕਿਉਂਕਿ ਇਹਦੇ ਨਾਲ ਨਾ ਸਿਰਫ ਹਕੂਮਤ ਕਲੀਅਰ ਹੁੰਦੀ ਆ, ਨਾ ਸਿਰਫ ਪੀਟੀਆਈ ਕਲੀਅਰ ਹੁੰਦੀ ਆ, ਨਾ ਸਿਰਫ ਸਾਡੀ ਐਸਟੈਬਲਿਸ਼ਮੈਂਟ ਕਲੀਅਰ ਹੁੰਦੀ, ਯਾਨੀ ਤਿੰਨੇ ਅਥਾਰਟੀ ਜਿਹੜੀਆਂ ਕਲੀਅਰ ਹੋ ਜਾਂਦੀਆਂ ਕਿ ਜਿਹੜਾ ਬੰਦਾ ਇਹ ਚ ਮਤਲਬ ਕਰਨ ਵਾਲਾ ਵਾ, ਜਾਂ ਜਿਹੜਾ ਬੰਦਾ ਇਹ ਚ ਤੁਸੀਂ ਸਮਝ ਲਓ ਵੀ ਹੈ ਸੀਗਾ, ਇਨਵੋਲਵ ਸੀ ਜਾਂ ਉਹ ਚ ਮੁਲਵਸ ਸੀ, ਉਹ ਸਾਹਮਣੇ ਆ ਜਾਣੇ ਕੌਣ ਕੌਣ ਲੋਕ ਸੀ, ਕਿਸ ਪਾਰਟੀ ਦੇ ਸਨ, ਕਿੱਥੋਂ ਦੇ ਸਨ, ਜਾਂ ਕੌਣ ਲੋਕ ਸਨ, ਤਾਂ ਬੜਾ ਕਲੀਅਰ ਆ ਜਾਣਾ ਸੀ ਕਿ ਮਾਮਲਾਤ ਕਿੱਧਰ ਦੇ ਨੇ, ਕਿੱਧਰ ਜਾ ਰਹੇ ਨੇ। ਲੇਕਿਨ ਉਹ ਚੂੰਕਿ ਗਵਰਨਮੈਂਟ ਵੀ ਨਹੀਂ ਚਾਹੁੰਦੀ ਕਿ ਉੱਤੇ ਇਨਕੁਆਇਰੀ ਹੋਵੇ, ਔਰ ਲਾਮਹੱਲਾ ਸ਼ਹਿਰ ਦਾ ਐਸਟੈਬਲਿਸ਼ਮੈਂਟ ਵੀ ਨਾ ਚਾਹੁੰਦੀ ਹੋਵੇ, ਲੇਕਿਨ ਖਾਨ ਸਾਹਿਬ ਤੇ ਇਹੀ ਕਹਿੰਦੇ ਕਿ ਸਾਡੀ ਇਨਕੁਆਇਰੀ ਅਗਰ ਨਹੀਂ ਕਰਦੇ, ਜੁਡੀਸ਼ੀਅਲ ਇਨਕੁਆਇਰੀ ਨਹੀਂ ਹੁੰਦੀ, ਤੇ ਸਾਨੂੰ ਇਸ ਮੁਜ਼ਾਕਰਾਤ ਦਾ ਕੋਈ ਫਾਇਦਾ ਹੀ ਨਹੀਂ ਹੈ, ਇਹਨਾਂ 'ਚ ਬੈਠਣ ਦਾ। ਇਹਨਾਂ ਗੱਲ ਕਾਹਦੀ ਕਰਨੀ ਹੈ? ਗੱਲ ਉਸ ਚਾਹ ਪੀਣ ਤੇ ਨਹੀਂ ਅਸੀਂ ਜਾਂਦੇ ਨੇ ਕਿ ਸਾਡੇ ਬੰਦੇ ਉੱਥੇ ਜਾ ਕੇ ਚਾਹ ਪੀਣਗੇ ਤੇ ਉੱਠ ਕੇ ਤੇ ਆ ਜਾਣਗੇ, ਨਹੀਂ। ਉਹਨਾਂ ਕਿਹਾ ਇਹ ਉਹ ਗੱਲ ਨਹੀਂ ਹੈ ਨਿਸ਼ਸਤੰਦ ਤੇ ਬਰਖਾਸਤੰਦ ਕਿ ਬੈਠੇ ਨੇ ਗੱਪ ਸ਼ੱਪ ਲਾਈ ਤੇ ਉੱਠ ਕੇ ਚਲੇ ਗਏ, ਨਹੀਂ। ਉਹ ਫਰੂਟਫੁਲ ਮੁਜ਼ਾਕਰਾਤ ਹੋਣੇ ਚਾਹੀਦੀ, ਜਾਂ ਗੱਲਬਾਤ ਜਿਹੜੀ ਚੱਲ ਰਹੀ ਆ ਉਹ 'ਚ ਕੋਈ ਮਕਸਦ ਹੋਵੇ, ਕੋਈ ਉਹਦਾ ਮਤਲਬ ਹੋਵੇ, ਕੋਈ ਉਹਦਾ ਨਤੀਜਾ ਵੀ ਬਰਾਮਦ ਹੋਵੇ। ਦੂਸਰਾ ਜਿਹੜਾ ਸੀ ਮਾਮਲਾ ਉਹ ਸੀ ਕਿ ਸਾਡੇ ਜਿੰਨੇ ਵੀ ਬੇਗੁਨਾਹ ਬੰਦੇ ਗ੍ਰਿਫਤਾਰ ਨੇ, ਖਾਓ 9 ਮਈ 'ਚ ਨੇ, ਖਾਓ ਉਸ ਤੋਂ ਬਾਅਦ ਨੇ ਜਾਂ ਉਸ ਤੋਂ ਪਹਿਲੇ ਦਿਨ ਨੇ, ਉਹਨਾਂ ਸਾਰਿਆਂ ਨੂੰ ਕਿਉਂਕਿ ਸਿਆਸੀ ਗ੍ਰਿਫਤਾਰੀਆਂ ਨੇ, ਲਿਹਾਜ਼ਾ ਉਹਨਾਂ ਨੂੰ ਫਰਕ ਕੀਤਾ ਜਾਏ ਮਾਸਵਾਏ ਇਮਰਾਨ ਖਾਨ ਦੇ। ਤੇ ਇਹਦੇ 'ਚ ਵੀ ਕੋਈ ਮੁਸ਼ਕਲ ਨਹੀਂ ਹੈ ਕਿ 2-2 ਸਾਲ ਤੋਂ ਜਿਹੜੇ ਅੰਦਰ ਵਿਚਾਰੇ ਰਗੜੇ ਜਾਣ ਡਏ ਨੇ, ਉਹਨਾਂ ਦੇ ਵੈਸੇ ਵੀ ਰੂਟੀਨ 'ਚ ਵੀ ਹੁਣ ਤੱਕ ਅਗਰ ਇਹ ਟ੍ਰਾਇਲ ਹੁੰਦਾ, ਅਗਰ ਵਾਕਈ ਇਹ ਕੇਸ ਜੈਨੂਅਨ ਕੇਸ ਹੁੰਦੇ ਇਹਨਾਂ ਦੇ ਖਿਲਾਫ,
ਤੇ ਹੁਣ ਤੱਕ ਟ੍ਰਾਇਲ 'ਚ ਸਾਬਤ ਵੀ ਹੋ ਜਾਣਾ ਸੀ, ਤਾਂ ਆਪਣੀ ਸਜ਼ਾ ਭੁਗਤਦੇ ਹੁੰਦੇ। ਤੇ ਕਾਨੂੰਨ ਵੈਸੇ ਵੀ ਇਹ ਹੈ ਕਿ ਅਗਰ ਬੰਦੇ ਦਾ ਟ੍ਰਾਇਲ ਨਹੀਂ ਹੋ ਰਿਹਾ, ਟ੍ਰਾਇਲ ਡਿਲੇ ਕਰੀ ਜਾ ਰਹੇ ਨੇ, ਉਹ ਹੁਕੂਮਤੀ ਪਾਰਟੀ ਕਰ ਰਹੀ ਆ ਜਾਂ ਇਸਤਗਾਸਾ ਕਰ ਰਿਹਾ ਜਾਂ ਜਿਹੜਾ ਵੀ ਕਰ ਰਿਹਾ, ਤੇ ਮੁਲਜ਼ਮ ਨੂੰ ਬਾਹਰ ਉਹਦੇ ਤੇ ਬੇਲ ਮਿਲ ਜਾਂਦੀ ਆ, ਉੱਤੇ ਜ਼ਮਾਨਤ ਮਿਲ ਜਾਂਦੀ ਆ, ਉਹਨੂੰ ਇਹਦਾ ਫਾਇਦਾ ਦਿੱਤਾ ਜਾਂਦਾ, ਕਿਉਂਕਿ ਸ਼ੱਕ ਦਾ ਫਾਇਦਾ ਹਮੇਸ਼ਾ ਮੁਲਜ਼ਮ ਨੂੰ ਮਿਲਦਾ ਹੁੰਦਾ। ਲੇਕਿਨ ਗਵਰਨਮੈਂਟ ਇੱਥੇ ਵੀ ਰਾਜ਼ੀ ਨਹੀਂ ਹੈ। ਜਦੋਂ ਗਵਰਨਮੈਂਟ ਦੋਨਾਂ ਗੱਲਾਂ ਤੇ ਹੀ ਰਾਜ਼ੀ ਨਹੀਂ ਹੈ ਕਿ ਨਾ ਅਸੀਂ ਇਨਕੁਆਇਰੀ ਕਰਾਉਣੀ ਜੁਡੀਸ਼ੀਅਲ ਇਨਕੁਆਇਰੀ ਔਰ ਨਾ ਹੀ ਅਸੀਂ ਬੰਦੇ ਛੱਡਨੇ ਆ, ਤੇ ਫਿਰ ਬੜੀ ਸਾਦਾ ਜੀ ਗੱਲ ਆ ਕਿ ਫਿਰ ਉਹ ਉਸ ਮੁਜ਼ਾਕਰਾਤ ਦਾ ਏਜੰਡਾ ਕੀ ਆ, ਉਹ ਮੁਜ਼ਾਕਰਾਤ ਦਾ ਟੌਪਿਕ ਕੀ ਆ, ਕਿ ਇਸ ਗੱਲ ਤੇ ਫਿਰ ਮੁਜ਼ਾਕਰਾਤ ਹੋਣੇ ਨੇ। ਇਸ ਵਾਸਤੇ ਵੀ ਬੰਦੇ ਅੰਦਰ ਰਹਿਣ, ਇਸ ਵਾਸਤੇ ਵੀ ਉਹ ਜਿਹੜੇ ਜ਼ੁਲਮ ਜਾਂ ਜ਼ਿਆਦਤੀਆਂ ਹੋਈਆਂ ਨੇ ਜਿੰਨੇ ਵੀ ਕੀਤੀਆਂ ਉਹ ਪਤਾ ਨਾ ਲੱਗੇ ਤੇ ਠੀਕ ਆ, ਭੁਗਤੀ ਜਾਏ ਇਮਰਾਨ ਖਾਨ ਤੇ ਉਹਦੀ ਕੰਪਨੀ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਗਵਰਨਮੈਂਟ ਦਾ ਸਾਰਾ ਕਸੂਰ ਹੈ, ਇਹਦੇ ਚ ਸਾਰਾ ਹੀ ਬਲੇਮ ਜਿਹੜਾ ਉਹ ਗਵਰਨਮੈਂਟ ਤੇ ਆ ਵੀ ਰਿਹਾ ਔਰ ਹੈ ਵੀ। ਅਗਰ ਤੇ ਗਵਰਨਮੈਂਟ ਸਿੰਸੀਅਰ ਹੋਵੇ ਤੇ ਬਿਲਕੁਲ ਇਹ ਚ ਕੋਈ ਮਾਮਲਾ ਨਹੀਂ ਹੈ ਕਿ ਇਹਦੇ ਤੇ ਇਨਕੁਆਇਰੀ ਨਾ ਕੀਤੀ ਜਾਏ। ਇਨਕੁਆਇਰੀ ਹੋ ਜਾਂਦੀ ਆ, ਚਲੋ ਕਮ ਸੇ ਕਮ ਇੱਕ ਗੱਲ ਤੇ ਕਲੀਅਰ ਹੋਏਗੀ। ਦੂਸਰੇ ਨੰਬਰ ਤੇ ਆ ਜਾਓ, ਮੈਂ ਹੈਰਾਨ ਹਾਂ ਕਿ ਸਾਡੇ ਹਾਲਾਤ ਦਿਨ ਬ ਦਿਨ ਮਾੜੇ ਤੋਂ ਮਾੜੇ ਹੁੰਦੇ ਜਾਂਦੇ ਆ। ਸਾਡੀ ਗਵਰਨਮੈਂਟ ਜਿਹੜੀ ਆ ਉਹ ਜਨਾਬ ਬਾਰ-ਬਾਰ ਇੱਕੋ ਗੱਲ ਕਹਿੰਦੇ, ਮਹਿੰਗਾਈ ਮੁੱਕ ਗਈ, ਮਹਿੰਗਾਈ ਮੁੱਕ ਗਈ। ਅੱਛਾ, ਮੈਂ ਹੈਰਾਨ ਹੁੰਦਾ ਇਹਨਾਂ ਨੂੰ ਵੇਖ ਕੇ, ਜਾਂ ਤੇ ਅਸੀਂ ਪਾਗਲ ਆ ਤੇ ਜਾਂ ਇਹ ਹਕੂਮਤ 'ਚ ਬੈਠੇ ਲੋਕ ਪਾਗਲ ਨੇ ਕਿ ਮਹਿੰਗਾਈ ਕਿੱਥੇ ਖਤਮ ਹੋਈ ਆ। ਕੋਈ ਐਸਾ ਪੁਆਇੰਟ ਤਾਂ ਦੱਸੋ ਕਿਹੜੀ ਚੀਜ਼ ਸਸਤੀ ਹੋਈ ਆ। ਕੋਈ ਚੀਜ਼ ਸਸਤੀ ਨਹੀਂ, ਕੋਈ ਚੀਜ਼ ਸਸਤੀ ਨਹੀਂ ਹੋਈ, ਹਰ ਚੀਜ਼ ਮਹਿੰਗੀ ਆ। ਈਵਨ ਤੁਸੀਂ ਅੰਦਾਜ਼ਾ ਕਰੋ ਕਿ ਅਸੀਂ ਅੱਜ ਚੀਜ਼ ਕੋ ਲੈਣ ਜਾਂਦੇ ਆ ਨਾ, ਹੁਣ ਅੱਜ ਤੁਸੀਂ ਕਿੰਨੋ ਅਜੇ ਦੇਖੋ, ਅਜੇ ਜਨਵਰੀ ਜਾਣ ਡਿਆ, ਕਿੰਨੋ ਖਾਣ ਵਾਲੇ ਵੀ ਨਹੀਂ ਹੈ, ਖੱਟੇ ਨੇ। ਤੇ ਮੈਨੂੰ ਇੱਕ ਬੰਦਾ ਦੱਸਣ ਡਿਆ ਸੀ ਕਿ 500 ਰੁਪਏ ਦੇ 36 ਮਤਲਬ 500 ਰੁਪਏ ਦਰਜਨ ਪੈਣ ਡੇ ਆ ਕਿੰਨੋ ਦੀ। ਹੁਣ 500 ਰੁਪਏ ਕਿੰਨੋ ਜਿਹੜਾ ਅਜੇ ਮੌਸਮ ਵੀ ਨਹੀਂ ਹੈ, ਖੱਟੇ ਵੀ ਇੰਨੇ ਨੇ। ਅਗਰ ਇਸ ਰੇਟ ਤੇ ਉਹ ਵਿਕ ਰਹੇ ਨੇ ਤੇ ਫਿਰ ਮੈਨੂੰ ਨਹੀਂ ਸਮਝ ਆਉਂਦੀ ਵੀ ਗਵਰਨਮੈਂਟ ਨੇ ਕਿਹੜੀ ਚੀਜ਼ ਸਸਤੀ ਕੀਤੀ ਆ ਸਿਵਾਏ ਜ਼ਿਮੀਂਦਾਰਾਂ ਦਾ ਪੱਠਾ ਬਿਠਾਉਣ ਤੋਂ। ਜ਼ਿਮੀਂਦਾਰਾਂ ਦੇ ਜਨਾਸ ਜਿਹੜੀ ਸੀ ਉਹਦੇ ਤਬਾਹੀ ਲਾਤੀ ਆ। ਖਾਦ ਜਿਹੜੀ ਆ ਉਹ ਰੋਜ਼ਾਨਾ ਹੀ ਉੱਪਰ ਜਾ ਰਹੀ ਆ। ਅਗਲੇ ਨੰਬਰ ਤੇ ਆ ਜਾਓ ਦੋਸਤੋ, ਤੁਸੀਂ ਦੇਖਿਆ ਹੋਣਾ ਕਿ ਸਾਡੇ ਦੋ ਬਾਂਕੇ मोहसिन नकवी साहब और अपना बिलावल भुट्टो साहब, बिलावल जरदारी साहब, ਉਹ ਸੁਣਿਆ ਸੀ ਇਹ ਦੋਨੋਂ ਜਾ ਰਹੇ ਨੇ ਜਨਾਬ, ਦੋਨਾਂ ਨੂੰ ਕਾਲ ਆਈ ਆ, ਦੋਨਾਂ ਨੂੰ ਬੁਲਾਇਆ, ਦੋਨਾਂ ਨੂੰ ਕਾਰਡ ਆ ਗਏ ਨੇ ਕਿ ਤੁਸੀਂ ਉਹ ਹਲਫੇ ਵਫਾਦਾਰੀ ਜਾਂ ਹਲਫੇ ਬਰਦਾਰੀ ਜਿਹੜੀ ਹੋ ਰਹੀ ਆ ਸਦਰ ਅਮਰੀਕਾ ਦੀ, ਉੱਥੇ ਹਾਜ਼ਰ ਹੋ ਜਾਓ ਜਾਂ ਉੱਥੇ ਪਹੁੰਚ ਜਾਓ ਜਾਂ ਉੱਥੇ ਤੁਸੀਂ ਆਣ ਕੇ ਮਹਿਫਲ ਨੂੰ ਰੌਣਕ ਅਫਜ਼ਾਈ ਕਰ। ਤੇ ਇਹਨਾਂ ਚ ਇੱਕ ਸਾਹਿਬ ਤਾਂ ਤਸ਼ਰੀਫ ਲੈ ਗਏ ਤੇ ਹੁਣ ਕੱਲ ਪਰਸੋਂ ਜੇ ਉਹ ਕੋਈ ਇਹਨਾਂ ਦੇ ਵਜ਼ੀਰ ਹੀ ਕਹਿ ਰਿਹਾ ਸੀ ਕਿ ਉਹ ਗਵਰਨਮੈਂਟ ਨੇ ਤੇ ਉਹਨਾਂ ਨੇ ਨਹੀਂ ਬੁਲਾਇਆ, ਨਾ ਉਹ ਸਿਆਸੀ ਤੌਰ ਤੇ ਨਾ ਹਕੂਮਤੀ ਲੈਵਲ ਤੇ ਉਹ ਸਾਡੇ ਤੇ ਗਏ ਨੇ ਉੱਥੇ ਸ਼ਾਮਲ ਹੋਣ, ਉਹ ਤੇ ਆਪਣੀ ਜ਼ਾਤੀ ਤੌਰ ਤੇ ਗਏ ਨੇ ਨਕਵੀ ਸਾਹਿਬ। ਅੱਛਾ, ਹੁਣ ਨਕਵੀ ਸਾਹਿਬ ਨੇ ਜਿਹੜੇ ਲੋਕਾਂ ਨਾਲ ਮੁਲਾਕਾਤਾਂ ਉੱਥੇ ਕੀਤੀਆਂ, ਤੁਸੀਂ ਅੰਦਾਜ਼ਾ ਕਰੋ ਸਾਡੀ ਫਾਰਨ ਅਫੇਅਰਸ ਦਾ ਤੁਸੀਂ ਅੰਦਾਜ਼ਾ ਕਰ ਲਓ ਕਿ ਸਾਡੀ ਸਫਾਰਤਕਾਰੀ ਕੈਸੀ ਹੋ ਰਹੀ ਆ ਕਿ ਜਿਹੜੇ ਬੰਦਿਆਂ ਨਾਲ ਇਹਨਾਂ ਨੇ ਕੀਤੀਆਂ ਉੱਥੇ ਮੁਲਾਕਾਤਾਂ, ਅਗਲੇ ਦਿਨ ਉਹਨਾਂ ਨੇ ਜਨਾਬ ਟਵੀਟ ਕਰ ਦਿੱਤਾ ਟਵਿੱਟਰ ਦੇ ਉੱਪਰ ਕਿ ਜਨਾਬ ਸਭ ਤੋਂ ਪਹਿਲੇ ਸਿੱਧੀ ਜੀ ਗੱਲ ਆ ਕਿ ਇਮਰਾਨ ਖਾਨ ਨੂੰ ਫਾਰਗ ਕਰੋ, ਇਮਰਾਨ ਖਾਨ ਨੂੰ ਤੁਸੀਂ ਰਿਹਾ ਕਰੋ ਔਰ ਉੱਥੇ ਜੋ ਜ਼ੁਲਮੋ ਜ਼ਿਆਦਤੀ ਹੋ ਰਹੀ ਆ ਉਹਨੂੰ ਬੰਦ ਕਰੋ। ਅੱਛਾ, ਹੁਣ ਇਹਨਾਂ ਦੀ ਸਫਾਰਤਕਾਰੀ ਐਸੀ ਆ ਜਿਹਦੀ ਸਫਾਰਤਕਾਰੀ 'ਚ ਵੀ ਇਹ ਨਾਕਾਮ ਨੇ। ਤੇ ਦੂਸਰੀ ਹੈਰਾਨਕੁਨ ਗੱਲ ਆ, ਲੋਕਾਂ ਦੇ ਮਾਮਲਾਤ ਇਸ ਤਰ੍ਹਾਂ ਚੱਲਦੇ ਨੇ ਬਾਕੀ ਮੁਲਕਾਂ ਦੇ ਕਿ ਅਗਰ ਵਜ਼ਾਰਤ ਖਾਰਜਾ ਦੇ ਮਤਲਬ ਕੋਈ ਹੈ ਫੰਕਸ਼ਨ ਆ ਜਾਂ ਕੋਈ ਮਾਮਲਾ ਹੋਵੇ, ਉੱਥੇ ਵਜ਼ਾਰਤ ਖਾਰਜਾ ਹੀ ਜਾਂਦੀ ਆ। ਲੇਕਿਨ ਵਜ਼ਾਰਤ ਖਾਰਜਾ ਜਾਣ ਦੀ ਬਜਾਏ ਸਾਡਾ ਵਜ਼ੀਰ ਦਾਖਲਾ ਉੱਥੇ ਜਾਣ ਡਿਆ, ਪਤਾ ਨਹੀਂ ਕੀ ਇਹਦੇ 'ਚ ਹਕਮਤ ਤੇ ਕੀ ਨਹੀਂ। ਇੱਕ ਹੋਰ ਗੱਲ ਆਈ ਕਿ ਜਦੋਂ ਹਲਫ ਲੈ ਰਹੇ ਸੀ ਆਪਣੇ ਟਰੰਪ ਸਾਹਿਬ, ਤਾਂ ਉਹਨਾਂ ਨੇ ਇੱਕ ਟੋਪੀ ਪਾਈ ਸੀ ਜਿਹਦੇ ਇੱਕ ਬੰਨੇ ਲਿਖਿਆ ਸੀ 47 ਤੇ ਇੱਕ ਬੰਨੇ ਲਿਖਿਆ ਸੀ 45। ਅੱਛਾ, ਬਹੁਤ ਸਾਰੇ ਲੋਕ ਇਹੀ ਸਮਝਦੇ ਨੇ ਸ਼ਾਇਦ ਸਾਡੇ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਮਿਹਰਬਾਨੀਆਂ ਨੇ, ਯਾਨੀ 45 ਫਾਰਮ ਤੇ 47 ਫਾਰਮ, ਸ਼ਾਇਦ ਉਹ ਲਿਖਿਆ ਆਵੇ ਉੱਤੇ। ਨਹੀਂ, ਉਹ ਮੇਰਾ ਖਿਆਲ ਆ ਵੀ ਉਹ ਨਹੀਂ ਲਿਖਿਆ, ਸ਼ਾਇਦ ਉਹ ਵੀ ਲਿਖਿਆ ਹੋ ਸਕਦਾ, ਉਹਨਾਂ ਦੀ ਮਰਜ਼ੀ ਜੋ ਮਰਜ਼ੀ ਲਿਖਣ। ਲੇਕਿਨ ਜ਼ਿਆਦਾ ਇਮਕਾਨ ਹੈ ਕਿ ਚूंकि 45ਵਾਂ ਸਦਰ ਵੀ ਟਰੰਪ ਸਾਹਿਬ ਸਨ ਔਰ ਹੁਣ 47ਵਾਂ ਸਦਰ ਵੀ ਟਰੰਪ ਸਾਹਿਬ ਨੇ, ਇਸ ਵਾਸਤੇ ਸ਼ਾਇਦ ਉਹ 45 47 ਲਿਖਿਆ। ਲੇਕਿਨ ਅਗਰ ਅਸੀਂ ਇਸ ਨੂੰ ਇਹ ਲਈਏ ਕਿ ਉਹ ਸਾਡੇ ਫਾਰਮ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਦੇ 45 47 ਦੀ ਜਿਹੜੀਆਂ ਹਕੂਮਤਾਂ ਬਣੀਆਂ ਨੇ ਜਾਂ MNA MPA ਬਣੇ ਨੇ, ਸ਼ਾਇਦ ਉਹ ਨੇ, ਇਹ ਵੀ ਹੋ ਸਕਦਾ ਵਾ।
ਅਗਲੇ ਨੰਬਰ ਤੇ ਆ ਜਾਓ ਕਿ ਆਪਣੇ ਬਿਲਾਵਲ ਸਾਹਿਬ ਨੂੰ ਤੇ ਜਾ ਹੀ ਨਹੀਂ ਸਕੇ, ਉਹ ਗਏ ਵੀ ਨਹੀਂ। ਲੇਕਿਨ ਅੱਜ ਉਹਨਾਂ ਨੂੰ ਸੁਣਾ ਕੀਤਾ ਵਾ, ਕਾਫੀ ਗੁੱਸਾ ਕੀਤਾ ਇਸ ਗੱਲ ਦਾ ਕਿ ਉਹਨਾਂ ਦੇ ਪਿਆਰਾ ਜਿਹੜਾ ਟੀਵੀ ਚੈਨਲ ਸੀ ਜਿਊ, ਉਹਨੇ ਹੀ ਖਬਰ ਲਗਾਈ ਸੀ ਨਾ ਕਿ ਜਨਾਬ ਉਹ ਕਾਲ ਆ ਗਈ ਆ ਜਾਂ ਉਹਨਾਂ ਨੂੰ ਕਾਰਡ ਆ ਗਿਆ ਵੇ। ਤੇ ਉਹਨਾਂ ਕਿਹਾ ਵੀ ਕੋਈ ਕਾਰਡ ਨਹੀਂ ਸੀ, ਇਸ ਵਾਸਤੇ ਮੈਂ ਤੇ ਨਹੀਂ ਗਿਆ। ਇਹ ਮੈਨੂੰ ਨਹੀਂ ਸਮਝ ਆਉਂਦੀ ਕਿ ਜਿਊ ਵਾਲੇ ਝੂਠੀਆਂ ਖਬਰਾਂ ਕਿਉਂ ਚਲਾਉਂਦੇ ਨੇ। ਤੇ ਇੱਕ ਕਾਨੂੰਨ ਜਿਹੜਾ ਗਵਰਨਮੈਂਟ ਨੇ ਬਣਾਇਆ ਕਿ ਝੂਠੀ ਖਬਰ ਜਿਹੜਾ ਚਲਾਏਗਾ ਉਹਨੂੰ 12 ਸਾਲ ਦੇ ਅੰਦਰ ਜਾਂ 10 ਸਾਲ ਜਾਂ ਜਿੰਨੇ ਸਾਲਾਂ ਨੇ ਵੀ ਉਹਨਾਂ ਕਿਹਾ ਅੰਦਰ, ਤੇ ਜੀਓ ਨੂੰ ਤਾਂ ਕਮ ਸੇ ਕਮ ਅੰਦਰ ਕਰਨਾ ਚਾਹੀਦਾ ਨਾ ਸਭ ਤੋਂ ਪਹਿਲੇ, ਤਾਂ ਕਿ ਇਹ ਤਾਂ ਮਾਮਲਾ ਸਾਫ਼ ਹੋਵੇ। ਇੱਕ ਨੂੰ ਫੜੋ ਤਾਂ ਕਿ ਬਾਕੀ ਤਾਂ ਸਹੀ ਚੱਲਣਗੇ, ਲੇਕਿਨ ਨਹੀਂ ਕੋਈ ਵੀ ਕਰਨਗੇ, ਕਿਉਂਕਿ ਇਹਨਾਂ ਦੇ ਸਿਰਫ ਸਿਆਸੀ ਇੱਕ ਹੈ ਨੇ, ਮੁੱਦੇ ਨੇ, ਸਿਆਸੀ ਸੋਚਾਂ ਨੇ ਕਿ ਸਿਆਸੀ ਤੌਰ ਤੇ ਹਰ ਚੀਜ਼ ਨੂੰ ਦਬਾਓ। ਜਿਹੜਾ ਕੋਈ ਬੋਲੇਗਾ ਉਹਨੂੰ ਦਬਾ ਦੇਣਗੇ, ਉਹਨੂੰ ਕੋਈ ਜੁਰਮ ਕੀਤਾ, ਇਹ ਜੁਰਮ ਕੀਤਾ, ਇਹ ਮਾਮਲਾ ਕੀਤਾ, ਵਗੈਰਾ ਵਗੈਰਾ। ਲਿਹਾਜ਼ਾ ਦੋਸਤੋ, ਮੇਰਾ ਖਿਆਲ ਅੱਜ ਲਈ ਇੰਨੀ ਕੀ ਬੜੀ ਗੱਲ ਹੈ। ਬਹਰਾਲ ਅੱਲਾਹ ਤਾਲਾ ਅੱਗੇ ਦੁਆ ਵਾ, ਅੱਲਾਹ ਤਾਲਾ ਮੇਰੇ ਮੁਲਕ ਤੇ ਔਰ ਮੇਰੇ ਮੁਲਕ ਵਾਲਿਆਂ ਤੇ ਅੱਲਾਹ ਆਪਣਾ ਕਰਮ ਫਰਮਾਏ। ਅੱਲਾਹ ਹਾਫਿਜ਼, अस्सलाम वालेकुम।